ਹੈਲੋ ਸਟੂਡੈਂਟਸ, ਅੱਜ ਅਸੀਂ ਕਰਾਂਗੇ ਅਧਿਆਏ 12 ਚੱਕਰ ਨਾਲ ਸੰਬੰਧਿਤ ਖੇਤਰਫਲ। ਇਸ ਅਧਿਆਏ ਦੀ ਪ੍ਰਸ਼ਨਾਵਲੀ 12.2 ਦੀ ਅਸੀਂ ਰਿਵੀਜ਼ਨ ਕਰਾਂਗੇ। ਰਿਵੀਜ਼ਨ ਕਰਨ ਤੋਂ ਪਹਿਲਾਂ ਅਸੀਂ ਚੱਕਰ ਬਾਰੇ ਕੁਝ ਹੋਰ ਜਾਣਕਾਰੀ ਹਾਸਲ ਕਰਾਂਗੇ। ਇਹ ਸਾਡੇ ਕੋਲ ਇੱਕ ਚੱਕਰ ਹੈ ਜਿਸ ਦਾ ਕੇਂਦਰ O ਹੈ। ਜੇਕਰ ਮੈਂ ਕੇਂਦਰ O ਨੂੰ ਚੱਕਰ ਦੇ ਘੇਰੇ ਤੇ ਸਥਿਤ ਕਿਸੇ ਬਿੰਦੂ ਦੇ ਨਾਲ ਮਿਲਾ ਦਿੰਦਾ ਵਾਂ ਤਾਂ ਆਪਾਂ ਨੂੰ ਪਤਾ ਵੀ ਇਹ ਚੱਕਰ ਦਾ ਕੀ ਹੈ, ਸਾਡੇ ਕੋਲ ਅਰਧ ਵਿਆਸ। ਇਹਦਾ ਮਤਲਬ OA ਚੱਕਰ ਦਾ ਅਰਧ ਵਿਆਸ ਹੈ, ਕਿਉਂਕਿ ਚੱਕਰ ਦੇ ਅਣਗਿਣਤ ਅਰਧ ਵਿਆਸ ਹਨ ਜਿਨ੍ਹਾਂ ਦੀ ਲੰਬਾਈ ਆਪਸ ਵਿੱਚ ਬਰਾਬਰ ਹੁੰਦੀ ਆ। ਮੈਂ ਇੱਕ ਹੋਰ ਅਰਧ ਵਿਆਸ ਖਿੱਚ ਦਿੰਦਾ OB, ਇਹ ਵੀ ਚੱਕਰ ਦਾ ਕੀ ਹੈ, ਅਰਧ ਵਿਆਸ। ਆਹ ਜਿਹੜੀ AB ਆ, ਆਹ ਜਿਹੜੀ ਗੋਲਾਈ ਦੇ ਵਿੱਚ ਆ, ਇਹ ਕੀ ਆ, ਇਹ ਇੱਕ ਚਾਪ ਆ। ਹੁਣ ਇਸ ਚਾਪ ਤੇ ਆ ਜਿਹੜੇ ਦੋ ਅਰਧ ਵਿਆਸ ਆ, ਇਹਨਾਂ ਦੇ ਵਿਚਕਾਰ ਚੱਕਰ ਦਾ ਇੱਕ ਹਿੱਸਾ ਵਾ, ਉਸ ਹਿੱਸੇ ਨੂੰ ਅਸੀਂ ਬੋਲਦੇ ਹਾਂ ਅਰਧ ਵਿਆਸੀ ਖੰਡ। ਇਹਦਾ ਮਤਲਬ ਅਰਧ ਵਿਆਸੀ ਖੰਡ ਕੀ ਹੈ, ਕਿਸੇ ਚੱਕਰੀ ਖੇਤਰ ਦਾ ਦੋ ਅਰਧ ਵਿਆਸ ਤੇ ਸੰਗਤ ਚਾਪ ਵਿਚਲੇ ਖੇਤਰ ਨੂੰ ਅਸੀਂ ਅਰਧ ਵਿਆਸੀ ਖੰਡ ਬੋਲਦੇ ਹਾਂ। ਇਹਦਾ ਮਤਲਬ ਇਹ ਜਿਹੜਾ ਅਰਧ ਵਿਆਸੀ ਖੰਡ ਆ, ਇਸੇ ਤਰ੍ਹਾਂ ਜੇ ਮੈਂ ਉੱਪਰ ਵੱਲ ਨੂੰ ਦੇਖਾਂ, ਆਹ ਵਾਲਾ ਜਿਹੜਾ, ਇਹ ਵੀ ਇੱਕ ਚੱਕਰ ਦਾ ਹੀ ਇੱਕ ਖੰਡ ਆ। ਇਹ ਕਿਹੜਾ ਖੰਡ ਆ, ਇਹ ਵੀ ਅਰਧ ਵਿਆਸੀ ਖੰਡ ਆ, ਕਿਉਂਕਿ ਇਹ ਜਿਹੜਾ ਚੱਕਰ ਖੰਡ ਆ ਇਹ AB ਚਾਪ ਨੇ ਬਣਾਇਆ। ਇਹ ਵਾਲਾ ਜਿਹੜਾ ਚੱਕਰ ਖੰਡ ਆ ਇਹ BA ਚਾਪ ਕਹਿ ਲਓ, ਤੇ ਅਰਧ ਵਿਆਸ ਉਹੀ ਨੇ, OA ਤੇ OB ਦੁਆਰਾ ਬਣਾਇਆ ਗਿਆ ਚੱਕਰ ਦਾ ਭਾਗ ਹੈ, ਖੇਤਰ ਹੈ। ਇਸ ਕਰਕੇ ਇਹਨੂੰ ਵੀ ਅਸੀਂ ਚੱਕਰੀ ਖੰਡ ਬੋਲਾਂਗੇ, ਕਿਉਂਕਿ ਇਹ ਵੱਡਾ ਵਾ, ਇਸ ਕਰਕੇ ਇਹਨੂੰ ਅਸੀਂ ਕਹਾਂਗੇ ਦੀਰਘ ਚੱਕਰੀ ਖੰਡ ਆ। ਇਹ ਵਾਲਾ ਹਿੱਸਾ ਜਿਹੜਾ ਇਹ ਛੋਟਾ ਵਾ, ਇਹਨੂੰ ਅਸੀਂ ਬੋਲਦੇ ਹਾਂ ਲਘੂ ਚੱਕਰ ਖੰਡ ਹੈ। ਦੂਸਰੀ ਗੱਲ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀ ਆ, ਉਹ ਸਾਡੇ ਕੋਲ ਕੀ ਹੈ, ਉਹਦੇ ਵਿੱਚ ਮੰਨ ਲਓ ਸਾਡੇ ਕੋਲ ਇਹ ਚੱਕਰ ਦੇ ਘੇਰੇ ਦੇ ਉੱਤੇ ਦੋ ਬਿੰਦੂ ਨੇ A ਤੇ B। ਜੇਕਰ ਇਹਨਾਂ ਨੂੰ ਮੈਂ ਇਸ ਤਰ੍ਹਾਂ ਮਿਲਾ ਦਿੰਦਾ ਵਾਂ, ਦੋਨਾਂ ਬਿੰਦੂਆਂ ਨੂੰ, ਤੇ ਆਪਾਂ ਨੂੰ ਪਤਾ ਚੱਕਰ ਤੇ ਸਥਿਤ ਦੋ ਬਿੰਦੂਆਂ ਨੂੰ ਮਿਲਾਉਣ ਨਾਲ ਸਾਨੂੰ ਕੀ ਪ੍ਰਾਪਤ ਹੁੰਦੀ ਹੈ, ਇੱਕ ਜੀਵਾ ਜਾਂ ਵਤਰ। ਆਹ ਵਾਲੀ ਜਿਹੜੀ ਚਾਪ ਆ, ਇਸ ਚਾਪ ਤੇ ਇਸ ਵਤਰ ਵਿਚਲਾ ਜਿਹੜਾ ਹਿੱਸਾ ਵਾ, ਆਹ ਵਾਲਾ ਹਿੱਸਾ, ਹੁਣ ਇਹਦੇ ਵਿੱਚ ਅਰਧ ਵਿਆਸ ਨਹੀਂ ਹੈਗੇ। ਇਹਦਾ ਮਤਲਬ ਚੱਕਰੀ ਖੇਤਰ ਦਾ ਜੀਵਾ ਅਤੇ ਸੰਗਤ ਚਾਪ ਵਿਚਲਾ ਭਾਗ, ਇਹਨੂੰ ਅਸੀਂ ਕੀ ਬੋਲਦੇ ਹਾਂ, ਚੱਕਰ ਖੰਡ ਬੋਲਦੇ ਹਾਂ। ਜਿਹੜਾ ਅਰਧ ਵਿਆਸਾਂ ਦੇ ਵਿਚਕਾਰ ਤੇ ਸੰਗਤ ਚਾਪ ਵਿਚਲਾ ਹਿੱਸਾ ਸੀ, ਉਹ ਅਰਧ ਵਿਆਸੀ ਖੰਡ ਸੀ। ਇਹ ਸਾਡੇ ਕੋਲ ਜੀਵਾ ਅਤੇ ਸੰਗਤ ਚਾਪ ਵਿਚਲਾ ਖੇਤਰ ਜਿਹੜਾ ਵਾ, ਇਹਨੂੰ ਅਸੀਂ ਕਹਿੰਦੇ ਆ ਇਹ ਚੱਕਰੀ ਖੰਡ ਆ। ਹੁਣ ਇਹਦੇ ਵਿੱਚ ਵੀ ਦੋ ਚੱਕਰੀ ਖੰਡ ਬਣਦੇ ਆ। ਜਿਹੜਾ ਆਹ ਵਾਲਾ ਹਿੱਸਾ, ਆ ਵੀ ਤੇ ਇੱਕ ਚਾਪ ਆ BA, ਇਸ ਚਾਪ ਤੇ ਐਸ ਵਤਰ, ਇਹਦੇ ਵਿਚਲਾ ਜਿਹੜਾ ਹਿੱਸਾ ਆਹ ਵਾਲਾ ਵਾ, ਇਹ ਵੀ ਚੱਕਰੀ ਖੰਡ ਆ, ਕਿਉਂਕਿ ਇਹ ਵੱਡਾ ਵਾ, ਇਸ ਕਰਕੇ ਇਹਨੂੰ ਬੋਲਦੇ ਆ ਦੀਰਘ ਚੱਕਰੀ ਖੰਡ। ਆਹ ਵਾਲਾ ਜਿਹੜਾ ਛੋਟਾ ਵਾ, ਇਹ ਸਾਡਾ ਕੀ ਆ, ਲਘੂ ਚੱਕਰੀ ਖੰਡ। ਅਗਲੀ ਗੱਲ ਜਿਹੜੀ ਸਾਨੂੰ ਇਸ ਅਭਿਆਸ ਨੂੰ ਕਰਨ ਤੋਂ ਪਹਿਲਾਂ ਪਤਾ ਹੋਣੀ ਚਾਹੀਦੀ ਆ, ਉਹ ਹੈ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨ ਦਾ ਸੂਤਰ। ਮੰਨ ਲਓ ਮੇਰੇ ਕੋਲ, ਮੈਂ ਦੁਬਾਰਾ ਇਹਦੇ ਵਿੱਚ ਅਰਧ ਵਿਆਸੀ ਖੰਡ ਬਣਾਉਂਗਾ। ਅਰਧ ਵਿਆਸੀ ਖੰਡ ਕਿਸ ਤਰ੍ਹਾਂ ਬਣਾਉਂਗਾ, ਮੈਂ ਇੱਕ ਅਰਧ ਵਿਆਸ OA ਲੈ ਲਿਆ, ਇੱਕ ਅਰਧ ਵਿਆਸ ਕਿਹੜਾ ਲੈ ਲਿਆ, ਮੈਂ OB ਲੈ ਲਿਆ, B ਬਿੰਦੂ ਤੇ। ਆਹ ਸਾਡੇ ਕੋਲ ਇਹਦੀ ਸੰਗਤ ਚਾਪ ਆ। ਇਹ ਦੋਵੇਂ ਜਿਹੜੇ ਅਰਧ ਵਿਆਸ ਆ, ਇਹ ਕੇਂਦਰ ਤੇ ਇੱਕ ਕੋਣ ਬਣਾਉਂਦੇ ਆ। ਇਹ ਜਿਹੜਾ ਕੋਣ ਆ, ਕਿਉਂਕਿ ਇਸ ਬਿੰਦੂ ਦੇ ਆਲੇ ਦੁਆਲੇ ਸਾਰਾ ਕੋਣ ਕਿੰਨਾ ਵਾ, 360। ਉਹਦੇ ਵਿੱਚੋਂ ਇਹਨਾਂ ਦੋ ਅਰਧ ਵਿਆਸਾਂ ਵਿਚਲਾ ਜਿਹੜਾ ਕੋਣ ਆ, ਇਹਨੂੰ ਅਸੀਂ ਕਹਿੰਦੇ ਆ ਇਹ ਥੀਟਾ ਕੋਣ ਆ। ਥੀਟਾ ਕਿੰਨੇ ਵਿੱਚੋਂ, 360 ਵਿੱਚੋਂ। ਇਹਦਾ ਮਤਲਬ ਜਦੋਂ ਅਸੀਂ ਇਸ ਥੀਟਾ ਕੋਣ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨਾ ਵਾ, ਤੇ ਸਾਡੇ ਕੋਲ ਫਾਰਮੂਲਾ ਹੋਏਗਾ ਅਰਧ ਵਿਆਸੀ ਖੰਡ ਕਿਹੜਾ ਖੰਡ ਆ ਸਾਡੇ ਕੋਲ, AOB ਦਾ ਖੇਤਰਫਲ। ਉਹਦਾ ਫਾਰਮੂਲਾ ਸਾਡੇ ਕੋਲ ਕੀ ਹੋਊਗਾ, ਕੋਣ ਇਹ ਕਿੰਨੇ ਵਿੱਚੋਂ ਆ, 360 ਵਿੱਚੋਂ। ਥੀਟਾ ਕੋਣ, ਥੀਟਾ ਦਾ ਮੁੱਲ ਕੋਈ ਵੀ ਹੋ ਸਕਦਾ ਸਵਾਲ ਦੇ ਵਿੱਚ, ਕਿੰਨੇ ਵਿੱਚੋਂ, 360 ਵਿੱਚੋਂ। ਤੇ ਪੂਰੇ ਚੱਕਰ ਦਾ ਖੇਤਰਫਲ ਕੀ ਹੁੰਦਾ, πr²। ਇਹਦਾ ਮਤਲਬ ਕਿਸੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨ ਦਾ ਸੂਤਰ ਸਾਡੇ ਕੋਲ ਕੀ ਹੈ, θ/360 ਗੁਣਾ πr²। ਹੁਣ ਇਹਦੇ ਵਿੱਚ ਸਾਡੇ ਕੋਲ ਇੱਕ ਹੋਰ ਅਸੀਂ ਫਾਰਮੂਲਾ ਕਰਨਾ, ਉਹ ਹੈਗਾ ਚਾਪ
ਦੀ ਲੰਬਾਈ ਪਤਾ ਕਰਨ ਦਾ ਸੂਤਰ। ਚਾਪ ਦੀ ਲੰਬਾਈ, ਚਾਪ ਦੀ ਲੰਬਾਈ, ਚਾਪ ਦੀ ਲੰਬਾਈ, ਚੱਕਰ ਦੀ ਕਿਸੇ ਵੀ ਚਾਪ ਦੀ ਲੰਬਾਈ ਪਤਾ ਕਰਨ ਦਾ ਸੂਤਰ ਕੀ ਆ। ਹੁਣ ਕਿਉਂਕਿ ਚੱਕਰ ਆਪਣੇ ਆਪ ਵਿੱਚ ਇੱਕ ਪੂਰੀ ਚਾਪ ਆ, ਹੁਣ ਇਹ ਜਿਹੜੀ ਪੂਰੀ ਚਾਪ ਆ ਇਹਨੂੰ ਅਸੀਂ ਕਹਿੰਦੇ ਆ ਇਹ ਚੱਕਰ ਦਾ ਘੇਰਾ ਵਾ, ਤੇ ਉਹਦਾ ਫਾਰਮੂਲਾ ਕੀ ਹੁੰਦਾ 2 ਪਾਈ r। ਪਰ ਅਸੀਂ ਕਿਹੜੀ ਚਾਪ ਲੈਣੀ ਆ, ਆਹ ਵਾਲੀ ਚਾਪ ਜਿਹੜੀ ਕੇਂਦਰ ਤੇ ਕਿੰਨਾ ਕੋਣ ਬਣਾਉਂਦੀ ਆ ਥੀਟਾ। ਇਹਦਾ ਮਤਲਬ ਇਹ ਥੀਟਾ ਕਿੰਨੇ ਵਿੱਚੋਂ ਆ 360 ਵਿੱਚੋਂ। ਇਹਦਾ ਮਤਲਬ ਥੀਟਾ ਬਟਾ 360 ਗੁਣਾ 2 ਪਾਈ r। ਇਹ ਸਾਡੇ ਕੋਲ ਕਾਹਦਾ ਫਾਰਮੂਲਾ ਵਾ, ਕਿਸੇ ਚੱਕਰ ਦੀ ਚਾਪ ਦੀ ਲੰਬਾਈ ਪਤਾ ਕਰਨ ਦਾ ਸੂਤਰ ਹੈ। ਹੁਣ ਅਸੀਂ ਇਸ ਅਭਿਆਸ ਦੇ ਜਿਹੜੇ ਸਵਾਲ ਆ ਉਹ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਿਹੜਾ 1 ਨੰਬਰ ਸਵਾਲ ਆ ਉਹ ਕਰਾਂਗੇ। ਸਾਡਾ 1 ਨੰਬਰ ਸਵਾਲ ਕੀ ਆ, ਸਾਡੇ ਕੋਲ ਸਵਾਲ ਸਾਡੇ ਕੋਲ ਹੈ 6 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਜਿਸ ਦਾ ਕੋਣ 60 ਦਰਜੇ ਹੈ। ਹੁਣ ਸਾਡੇ ਕੋਲ 6 ਸੈਂਟੀਮੀਟਰ ਅਰਧ ਵਿਆਸ ਦਿੱਤਾ, ਇਹਦਾ ਮਤਲਬ ਆ OA ਕਿੰਨਾ ਵਾ ਸਾਡੇ ਕੋਲ 6 ਸੈਂਟੀਮੀਟਰ। ਤੇ ਜਿਹੜਾ ਸਾਡੇ ਕੋਲ ਕੋਣ ਦਿੱਤਾ ਹੋਇਆ ਜਿਸ ਖੰਡ ਦਾ ਅਸੀਂ ਖੇਤਰਫਲ ਪਤਾ ਕਰਨਾ ਉਹਦੇ ਵਿੱਚ ਕੋਣ ਸਾਨੂੰ ਥੀਟਾ ਕਿੰਨਾ ਦਿੱਤਾ 60 ਦਰਜੇ। ਉਹ ਕਹਿੰਦਾ ਉਸ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ। ਇਹਦਾ ਮਤਲਬ ਅਰਧ ਵਿਆਸੀ ਖੰਡ ਦਾ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਚੱਕਰ ਦਾ ਅਰਧ ਵਿਆਸ, ਚੱਕਰ ਦਾ ਅਰਧ ਵਿਆਸ। ਇਹ ਸਾਨੂੰ ਕਿੰਨਾ ਦਿੱਤਾ ਹੋਇਆ r ਬਰਾਬਰ ਕਿੰਨਾ ਹੈ 6 ਸੈਂਟੀਮੀਟਰ। ਤੇ ਅਰਧ ਵਿਆਸੀ ਖੰਡ ਦਾ ਕੋਣ ਕਿੰਨਾ ਵਾ, ਅਰਧ ਵਿਆਸੀ ਖੰਡ ਦਾ ਕੋਣ ਜਿਹਨੂੰ ਅਸੀਂ ਕਿਹੜੇ ਨਾਂ ਨਾਲ ਲੈਂਦੇ ਆ ਥੀਟਾ ਨਾਲ, ਉਹ ਸਾਨੂੰ ਕਿੰਨਾ ਦਿੱਤਾ ਵਾ ਸਾਡੇ ਕੋਲ 60 ਦਰਜੇ ਦਿੱਤਾ ਹੋਇਆ। ਹੁਣ ਅਸੀਂ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨਾ, ਇਸ ਲਈ ਅਰਧ ਵਿਆਸੀ ਖੰਡ ਕਿਹੜਾ ਵਾ ਸਾਡੇ ਕੋਲ AOB। ਇੱਥੇ ਬਿੰਦੂ ਕੋਈ ਵੀ ਲੈ ਸਕਦੇ ਆ, C ਬਿੰਦੂ ਲੈ ਸਕਦੇ ਆ, AOB C ਵੀ ਲੈ ਸਕਦੇ ਆ ਅਸੀਂ, ਜਾਂ ਅਰਧ ਵਿਆਸੀ ਖੰਡ AOB ਦਾ ਖੇਤਰਫਲ। ਇਹ ਸਾਡੇ ਕੋਲ ਕੀ ਹੈ ਫਾਰਮੂਲਾ ਅਸੀਂ ਹੁਣੇ ਸਿੱਖਿਆ, ਥੀਟਾ ਬਟਾ 360 ਗੁਣਾ ਪਾਈ r ਸਕੁਅਰ। ਹੁਣ ਇਹਦੇ ਵਿੱਚ ਅਸੀਂ ਸਾਨੂੰ ਦਿੱਤੇ ਹੋਏ ਆ ਮੁੱਲ ਦਿੱਤੇ ਹੋਏ ਆ, ਥੀਟਾ ਦਾ ਮੁੱਲ ਕਿੰਨਾ 60 ਦਰਜੇ ਬਟਾ 360 ਗੁਣਾ ਪਾਈ ਦਾ ਮੁੱਲ ਕਿੰਨਾ 22 ਬਟਾ 7। ਪਾਈ ਦਾ ਮੁੱਲ 22 ਬਟਾ 7 ਉਹਨਾਂ ਚਿਰ ਅਸੀਂ ਭਰਨਾ ਜਿੰਨਾ ਚਿਰ ਸਵਾਲ ਵਿੱਚ ਸਾਨੂੰ ਮੁੱਲ ਜਿਹੜਾ 3.14 ਨਾ ਦਿੱਤਾ ਹੋਵੇ, ਅਦਰਵਾਈਜ਼ ਅਸੀਂ ਜਿਹੜਾ ਮੁੱਲ ਹੈ ਉਹ 22 ਬਟਾ 7 ਹੀ ਭਰਨਾ ਹੈ। r ਦਾ ਮੁੱਲ ਕਿੰਨਾ ਸਾਡੇ ਕੋਲ 6, r ਸਕੁਅਰ ਦਾ ਮਤਲਬ 6 ਗੁਣਾ 6 ਹੋ ਜਾਏਗਾ। ਹੁਣ ਅਸੀਂ ਇਹਨਾਂ ਨੂੰ ਕੈਂਸਲ ਕਰ ਦਿਆਂਗੇ, ਸਾਡੇ ਕੋਲ 0 ਨਾਲ 0 ਕੈਂਸਲ ਹੋ ਗਿਆ। ਉਸ ਤੋਂ ਬਾਅਦ 6 ਛਿਕਮ 36, 6 ਨਾਲ 6 ਕੈਂਸਲ ਹੋ ਗਿਆ। ਬਾਕੀ ਸਾਡੇ ਕੋਲ ਕੀ ਆ ਗਿਆ 22 ਗੁਣਾ 6। ਹੁਣ 22 ਨੂੰ ਅਸੀਂ 6 ਨਾਲ ਗੁਣਾ ਕਰਾਂਗੇ, 6 ਦੂਣੀ 12 ਬਟੇ ਵਿੱਚ ਸਾਡੇ ਕੋਲ ਕਿੰਨਾ ਵਾ, ਬਟੇ ਵਿੱਚ ਸਾਡੇ ਕੋਲ ਹੈ 7। 22 ਗੁਣਾ 6 ਬਟਾ 7 ਤੇ ਸਾਡੇ ਕੋਲ ਗੁਣਾ ਕਰਕੇ 6 ਦੂਣੀ 12, 6 ਦੂਣੀ 12 ਤੇ 1 13 ਬਟਾ 7। ਇਹਦਾ ਮਤਲਬ 132 ਬਟਾ 7 ਸੈਂਟੀਮੀਟਰ ਸਕੁਅਰ ਉਹ ਇਸ ਅਰਧ ਵਿਆਸੀ ਖੰਡ ਦਾ ਕੀ ਆ ਗਿਆ ਸਾਡੇ ਕੋਲ ਖੇਤਰਫਲ ਆ ਗਿਆ। ਇਸ ਤਰੀਕੇ ਨਾਲ ਅਸੀਂ ਇਹ ਪਹਿਲਾ ਸਵਾਲ ਜਿਹੜਾ ਉਹ ਹੱਲ ਕਰਾਂਗੇ। ਅਗਲਾ ਸਵਾਲ ਸਾਡੇ ਕੋਲ ਹੈ ਇੱਕ ਘੜੀ ਦੀ ਮਿੰਟਾਂ ਵਾਲੀ ਸੂਈ ਦੀ ਲੰਬਾਈ 14 ਸੈਂਟੀਮੀਟਰ ਹੈ। ਇਸ ਸੂਈ ਦੁਆਰਾ 5 ਮਿੰਟ ਵਿੱਚ ਤੈਅ ਕੀਤੇ ਖੇਤਰ ਦਾ ਖੇਤਰਫਲ ਪਤਾ ਕਰੋ। ਹੁਣ ਇਹਦੇ ਵਿੱਚ ਅਸੀਂ ਪਹਿਲਾਂ ਇੱਕ ਚੱਕਰ ਬਣਾਉਂਦੇ ਆ। ਚੱਕਰ ਦੇ ਵਿੱਚ ਅਸੀਂ ਜਿਹੜੀ ਘੜੀ ਦੀ ਮਿੰਟਾਂ ਵਾਲੀ ਸੂਈ ਆ ਉਹਨੂੰ ਸ਼ੋਅ ਕਰਾਂਗੇ ਚੱਕਰਾਕਾਰ ਘੜੀ ਦੇ ਡਾਇਲ ਦੇ ਵਿੱਚ। ਇਹ ਸਾਡੇ ਕੋਲ ਆ ਜਿਹੜਾ ਕੇਂਦਰ ਹੈ ਜਿੱਥੇ ਸੂਈ ਅਟੈਚ ਹੁੰਦੀ ਹੈ, ਅਸੀਂ ਇਹਦੀ ਮਿੰਟਾਂ ਵਾਲੀ ਸੂਈ ਜਿਹੜੀ ਬਣਾ ਲੈਂਦੇ ਆ। ਇਹ ਮਿੰਟਾਂ ਵਾਲੀ ਸੂਈ ਆ, ਇਹਦੀ ਲੰਬਾਈ ਸਾਨੂੰ ਦਿੱਤੀ ਆ 14 ਸੈਂਟੀਮੀਟਰ। 14 ਸੈਂਟੀਮੀਟਰ ਲੰਬਾਈ ਦਿੱਤੀ ਆ। ਹੁਣ ਜਿਹੜੀ ਮਿੰਟਾਂ ਵਾਲੀ ਸੂਈ ਆ ਅਸੀਂ ਕੱਢਣਾ ਵੀ ਇਸ ਮਿੰਟਾਂ ਵਾਲੀ ਸੂਈ ਦੁਆਰਾ 5 ਮਿੰਟ ਵਿੱਚ
ਤੈਅ ਕੀਤੇ ਖੇਤਰ ਦਾ ਖੇਤਰਫਲ ਪਤਾ ਕਰੋ। ਮੰਨ ਲਓ ਇਸ ਜਗ੍ਹਾ ਤੇ ਆ, ਇਸ ਜਗ੍ਹਾ ਤੇ ਆਪਾਂ ਦੇਖਦੇ ਹਾਂ ਇੱਥੇ 12 ਨੇ, 1 2 3 4, ਇੱਥੇ 5 ਤੇ ਇੱਥੇ ਕੀ ਆ 6। ਇਹਦਾ ਮਤਲਬ 5 ਤੋਂ ਬਾਅਦ ਜਦੋਂ ਜਾਏਗੀ ਉਹ ਕਿੰਨੇ ਤੇ ਜਾਏਗੀ? 6 ਤੇ ਜਾਏਗੀ। ਇਸ ਤਰੀਕੇ ਨਾਲ ਇਸ ਮਿੰਟਾਂ ਵਾਲੀ ਸੂਈ 5 ਮਿੰਟ ਦੇ ਵਿੱਚ ਇਸ ਜਗ੍ਹਾ ਤੇ ਆ ਗਈ। ਜਦੋਂ ਇਸ ਜਗ੍ਹਾ ਤੇ ਆਈ ਤੇ ਇਹਦੇ ਇਸ ਦੌਰਾਨ ਜਿੰਨਾ ਖੇਤਰ ਇਹਨੇ ਤੈਅ ਕੀਤਾ, ਇਸ ਖੇਤਰ ਦਾ ਅਸੀਂ ਖੇਤਰਫਲ ਪਤਾ ਕਰਨਾ। ਹੁਣ ਜਦੋਂ ਅਸੀਂ ਇਹਨੂੰ ਚੱਕਰ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਇਹ ਸਾਡੇ ਕੋਲ ਅਰਧ ਵਿਆਸੀ ਖੰਡ ਬਣ ਜਾਂਦਾ, ਜਿਹੜਾ ਆਹ ਵਾਲਾ ਕੋਣ ਬਣਾਉਂਦਾ, ਇਹਦਾ ਨਾਂ ਹੈਗਾ ਥੀਟਾ। ਇਹਦਾ ਮਤਲਬ ਜੇ ਸਾਨੂੰ ਇਹ ਪਤਾ ਲੱਗ ਜਵੇ ਵੀ ਇਹ ਜਿਹੜੀ ਸੂਈ ਆ 5 ਮਿੰਟ ਵਿੱਚ ਇੰਨਾ ਕੋਣ ਬਣਾ ਦਿੰਦੀ ਆ, ਤੇ ਸਾਡੇ ਕੋਲ ਅਰਧ ਵਿਆਸ ਦਿੱਤਾ ਹੋਇਆ ਸੂਈ ਦੀ ਲੰਬਾਈ, ਅਸੀਂ ਇਸ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰ ਲਾਂਗੇ। ਹੁਣ ਅਸੀਂ 5 ਮਿੰਟ ਵਿੱਚ ਤੈਅ ਕੀਤੇ ਖੇਤਰ ਦਾ ਖੇਤਰਫਲ ਪਤਾ ਕਰਨਾ, ਲੇਕਿਨ ਥੀਟਾ ਕੱਢਣ ਵਾਸਤੇ ਅਸੀਂ ਦੇਖਾਂਗੇ ਵੀ ਸੂਈ ਜਿਹੜੀ ਆ 5 ਮਿੰਟ ਵਿੱਚ ਕਿੰਨਾ ਕੋਣ ਤੈਅ ਕਰਦੀ ਆ। ਹੁਣ ਧਿਆਨ ਦਿਓ, ਜਿਹੜੀ ਇਹ ਮਿੰਟਾਂ ਵਾਲੀ ਸੂਈ ਆ ਸਾਡੇ ਕੋਲ, ਇਸ ਤਰੀਕੇ ਨਾਲ ਅਸੀਂ ਇਹਦੀ ਗੱਲ ਨਹੀਂ ਕਰਨੀ, ਇਹ ਆਰਸ ਵਾਲੀ ਸੂਈ ਆ, ਅਸੀਂ ਆ ਮਿੰਟਾਂ ਵਾਲੀ ਸੂਈ ਦੀ ਗੱਲ ਕਰਾਂਗੇ। ਇਹ ਮਿੰਟਾਂ ਵਾਲੀ ਸੂਈ 5 ਤੇ ਆ, ਇਹਨੇ 6 ਤੇ ਜਦੋਂ ਜਾਣਾ ਤੇ ਇੰਨਾ ਜਿਹੜਾ ਖੇਤਰ ਤੈਅ ਕੀਤਾ, ਇਸ ਖੇਤਰ ਦਾ ਅਸੀਂ ਖੇਤਰਫਲ ਪਤਾ ਕਰਨਾ। ਹੁਣ ਆਪਾਂ ਨੂੰ ਪਤਾ ਵਾ ਜੇਕਰ ਇਹ ਮਿੰਟਾਂ ਵਾਲੀ ਸੂਈ ਜਿਹੜੀ ਆ ਮੰਨ ਲਓ ਇਸ ਜਗ੍ਹਾ ਤੇ ਸੀ, ਜੇਕਰ ਇਹ ਪੂਰਾ ਚੱਕਰ ਲਗਾਉਂਦੀ ਆ, ਪੂਰਾ ਚੱਕਰ ਲਗਾਉਂਦੀ ਆ ਇਸ ਤਰ੍ਹਾਂ, ਤਾਂ ਇਹ ਕਿੰਨਾ ਕੋਣ ਘੁੰਮਦੀ ਆ। ਆਪਾਂ ਨੂੰ ਪਤਾ ਜਦੋਂ ਇੱਕ ਚੱਕਰ ਪੂਰਾ ਹੋ ਜਾਂਦਾ ਤੇ ਪੂਰਾ ਕੋਣ ਕਿੰਨਾ ਬਣ ਜਾਂਦਾ? 360 ਦਰਜੇ। ਜਦੋਂ ਇਹ ਮਿੰਟਾਂ ਵਾਲੀ ਸੂਈ ਪੂਰਾ ਘੁੰਮਦੀ ਆ ਤੇ ਕਿੰਨੇ ਮਿੰਟ ਚੱਲਦੀ ਇਹ? 60 ਮਿੰਟ। ਇਹਦਾ ਮਤਲਬ 60 ਮਿੰਟ ਵਿੱਚ ਇਸ ਸੂਈ ਨੇ 360 ਦਰਜੇ ਕੋਣ ਤੈਅ ਕਰ ਲਿਆ, ਤੇ ਅਸੀਂ ਇੱਥੋਂ 5 ਮਿੰਟ ਵਿੱਚ ਤੈਅ ਕੀਤਾ ਕੋਣ ਜਿਹੜਾ ਉਹ ਪਤਾ ਕਰ ਲਾਂਗੇ। ਜਦੋਂ ਸਾਡੇ ਕੋਲ ਕੋਣ ਆ ਜਾਏਗਾ ਤੇ ਅਸੀਂ ਫਿਰ ਇਸ ਅਰਧ ਵਿਆਸੀ ਖੰਡ ਦਾ ਜਿਹੜਾ ਖੇਤਰਫਲ ਆ ਉਹ ਪਤਾ ਕਰ ਲਾਂਗੇ। ਸਭ ਤੋਂ ਪਹਿਲਾਂ ਸਾਨੂੰ ਜਿਹੜੀ ਘੜੀ ਦੀ ਸੂਈ ਆ, ਮਿੰਟਾਂ ਵਾਲੀ ਸੂਈ, ਉਹਦੀ ਲੰਬਾਈ ਕਿੰਨੀ ਦਿੱਤੀ ਆ? 14 ਸੈਂਟੀਮੀਟਰ। ਘੜੀ ਦੀ ਮਿੰਟਾਂ ਵਾਲੀ ਸੂਈ ਦੀ ਲੰਬਾਈ ਇਹ ਬਰਾਬਰ ਕਿੰਨੀ ਦਿੱਤੀ ਆ ਸਾਨੂੰ? 14 ਸੈਂਟੀਮੀਟਰ। ਜੇ ਇਹ 14 ਸੈਂਟੀਮੀਟਰ ਆ, ਇਸ ਲਈ ਇਹ ਜਿਹੜੀ ਮਿੰਟਾਂ ਵਾਲੀ ਸੂਈ ਆ ਅਸੀਂ ਮੰਨ ਕੇ ਚੱਲਦੇ ਵੀ ਡਾਇਲ ਨਾਲ ਟੱਚ ਕਰਦੀ ਆ। ਇਹਦਾ ਮਤਲਬ ਇਹ ਜਿਹੜਾ ਵਾ ਇਹ ਇਸ ਚੱਕਰ ਦਾ ਕੀ ਹੋ ਗਿਆ? ਅਰਧ ਵਿਆਸ। ਇਸ ਲਈ ਚੱਕਰ ਦਾ ਅਰਧ ਵਿਆਸ ਆਰ ਬਰਾਬਰ ਕਿੰਨਾ ਹੋ ਗਿਆ? 14 ਸੈਂਟੀਮੀਟਰ। ਹੁਣ ਅਸੀਂ ਕਿਉਂਕਿ ਐਸ ਜਿਹੜਾ ਆ ਅਰਧ ਵਿਆਸੀ ਖੰਡ ਆ, ਇਹਦਾ ਖੇਤਰਫਲ ਪਤਾ ਕਰਨਾ, ਸਾਨੂੰ ਕੋਣ ਚਾਹੀਦਾ। ਹੁਣ ਅਸੀਂ ਹੁਣੇ ਕਹਿ ਚੁੱਕੇ ਆ ਵੀ ਜਿਹੜੀ ਮਿੰਟਾਂ ਵਾਲੀ ਸੂਈ ਆ ਇਹ ਪੂਰੇ 60 ਮਿੰਟ ਵਿੱਚ ਕਿੰਨਾ ਕੋਣ ਘੁੰਮ ਜਾਂਦੀ ਆ? 360 ਦਰਜੇ। ਮਿੰਟਾਂ ਵਾਲੀ ਸੂਈ ਦੁਆਰਾ 60 ਮਿੰਟ ਵਿੱਚ 1 ਆਰ ਦੇ ਵਿੱਚ ਤੈਅ ਕੀਤਾ ਕੋਣ ਜਾਂ ਬਣਾਇਆ ਕੋਣ, 60 ਮਿੰਟ ਵਿੱਚ ਬਣਾਇਆ ਕੋਣ ਕਿੰਨਾ ਕੋਣ ਬਣਾਉਂਦੀ? 60 ਮਿੰਟ, ਕਿਉਂਕਿ ਪੂਰਾ ਘੁੰਮ ਜਾਂਦੀ ਆ, ਬਰਾਬਰ ਕਿੰਨਾ? 360 ਦਰਜੇ। ਹੁਣ ਅਸੀਂ 5 ਮਿੰਟ ਵਿੱਚ ਬਣਾਇਆ ਕੋਣ ਲੱਭਣਾ, ਇਸ ਵਾਸਤੇ ਮਿੰਟਾਂ ਵਾਲੀ ਸੂਈ ਦੁਆਰਾ ਪਹਿਲੋਂ ਅਸੀਂ 1 ਮਿੰਟ ਵਿੱਚ ਬਣਾਇਆ ਕੋਣ ਬਰਾਬਰ 360 ਬਟਾ ਕਿੰਨਾ ਆ ਜਾਣਾ ਸਾਡੇ ਕੋਲ? 60। ਇਹਦੇ ਨਾਲ 60 ਨਾਲ ਭਾਗ ਕਰਾਂਗੇ। ਹੁਣ ਅਸੀਂ ਮਿੰਟਾਂ ਵਾਲੀ ਸੂਈ ਦੁਆਰਾ 5 ਮਿੰਟ ਵਿੱਚ ਬਣਾਇਆ ਕੋਣ ਬਰਾਬਰ 360 ਬਟਾ 60 ਗੁਣਾ ਕੀ ਆ ਜਾਣਾ ਸਾਡੇ ਕੋਲ? 5 ਆ ਜਾਏਗਾ। 0 ਨਾਲ 0 ਕੈਂਸਲ ਹੋ ਗਈ, 6 ਛਿਕਮ 36 ਤੇ ਸਾਡੇ ਕੋਲ ਜਵਾਬ ਕਿੰਨਾ ਆ ਗਿਆ? 6 5 30 ਦਰਜੇ। ਇਹਦਾ ਮਤਲਬ ਮਿੰਟਾਂ ਵਾਲੀ ਸੂਈ ਜਿਹੜੀ ਆ ਉਹ 5 ਮਿੰਟ ਵਿੱਚ ਕਿੰਨੇ ਦਰਜੇ ਦਾ ਕੋਣ ਬਣਾਏਗੀ? ਇਹਦਾ ਮਤਲਬ ਆ ਜਿਹੜਾ ਥੀਟਾ ਕੋਣ ਆ ਇਹ ਸਾਡੇ ਕੋਲ ਕਿੰਨੇ ਦਰਜੇ ਆ ਗਿਆ? 30 ਦਰਜੇ। ਇੱਥੇ ਲਿਖਾਂਗੇ ਇਸ ਲਈ ਥੀਟਾ ਬਰਾਬਰ 30 ਦਰਜੇ। ਹੁਣ ਜੇਕਰ ਥੀਟਾ 30 ਦਰਜੇ ਆ ਗਿਆ ਤਾਂ ਮਿੰਟਾਂ ਵਾਲੀ ਸੂਈ ਦੁਆਰਾ
ਮਿੰਟ ਵਿੱਚ ਤੈਅ ਕੀਤੇ ਖੇਤਰ ਦਾ ਖੇਤਰਫਲ। ਮਿੰਟਾਂ ਵਾਲੀ ਸੂਈ ਦੁਆਰਾ 5 ਮਿੰਟ ਵਿੱਚ ਤੈਅ ਕੀਤੇ ਖੇਤਰ ਦਾ ਖੇਤਰਫਲ। ਖੇਤਰ ਦਾ ਖੇਤਰਫਲ ਉਹ ਕੀ ਹੋਏਗਾ? ਉਹ ਜਿਹੜਾ ਅਰਧਵਿਆਸੀ ਖੰਡ ਬਣਦਾ ਉਹਦਾ ਖੇਤਰਫਲ ਹੋਏਗਾ। ਇਹ ਅਰਧਵਿਆਸੀ ਖੰਡ ਕੀ ਆ? ਮੰਨ ਲਓ ਆ O ਬਿੰਦੂ ਆ ਸਾਡੇ ਕੋਲ ਜਿੱਥੇ ਸੂਈ ਸੀਗੀ A ਬਿੰਦੂ, ਇਹ ਕੀ ਆ? B। ਇਹਦਾ ਮਤਲਬ ਜਿਹੜਾ 5 ਮਿੰਟ ਵਿੱਚ ਤੈਅ ਕੀਤੇ ਖੇਤਰ ਦਾ ਖੇਤਰਫਲ ਆ ਉਹ ਕੀ ਆ? ਅਰਧਵਿਆਸੀ ਖੰਡ। ਅਰਧਵਿਆਸੀ ਖੰਡ ਕਿਹੜਾ? OAB ਦਾ ਖੇਤਰਫਲ ਇਹਦੇ ਬਰਾਬਰ ਹੋਏਗਾ। ਹੁਣ ਅਸੀਂ ਅਰਧਵਿਆਸੀ ਖੰਡ ਦਾ ਖੇਤਰਫਲ ਕੱਢ ਲੈਣਾ। ਸਾਨੂੰ ਪਤਾ ਫਾਰਮੂਲਾ ਕੀ ਹੁੰਦਾ? ਥੀਟਾ ਬਟਾ 360 ਗੁਣਾ ਪਾਈ ਆਰ ਸਕੇਅਰ। ਥੀਟਾ ਦਾ ਮੁੱਲ ਅਸੀਂ ਹੁਣੇ ਕੱਢ ਚੁੱਕੇ ਹਾਂ, ਕਿੰਨਾ? 30 ਬਟਾ 360। ਪਾਈ ਦਾ ਮੁੱਲ ਕਿੰਨਾ? 22 ਬਟਾ 7। ਤੇ ਆਰ ਦਾ ਮੁੱਲ ਸਾਡੇ ਕੋਲ ਕਿੰਨਾ ਦਿੱਤਾ? 14। 14 ਦਾ ਸਕੇਅਰ ਹੈ, ਤਾਂ ਮਤਲਬ 14 ਗੁਣਾ 14 ਆਏਗਾ। ਹੁਣ ਇਹਦੇ ਵਿੱਚ ਅਸੀਂ ਇਹਨੂੰ ਕੈਂਸਲ ਕਰ ਦਿਆਂਗੇ। 0 ਨਾਲ 0 ਕੈਂਸਲ ਹੋ ਗਈ। 7 ਦੂਣੀ 14। ਹੁਣ ਅਸੀਂ 3 ਤੇ ਕੱਟ ਲੈਣਾ ਨੂੰ। 12 ਤੀਆ 36। 6 ਦੂਣੀ 12। 7 ਦੂਣੀ 14। 3 ਦੂਣੀ 6। ਹੁਣ ਸਾਡੇ ਕੋਲ ਕੀ ਆ ਗਿਆ? ਇੱਧਰਲੀ ਸਾਈਡ ਤੇ ਅਸੀਂ ਲਿਖ ਰਹੇ ਹਾਂ। ਸਾਡੇ ਕੋਲ ਉੱਪਰ ਆ ਗਿਆ 22 ਗੁਣਾ 7 ਬਟੇ ਵਿੱਚ ਸਾਡੇ ਕੋਲ ਕਿੰਨਾ ਆ ਜਾਂਦਾ? ਕਿੰਨਾ ਬਚਦਾ? 3। ਇੰਨੇ ਸੈਂਟੀਮੀਟਰ ਸਕੁਅਰ ਸਾਡੇ ਕੋਲ ਖੇਤਰਫਲ ਆ ਗਿਆ। ਮਿੰਟਾਂ ਵਾਲੀ ਸੂਈ ਦੁਆਰਾ 5 ਮਿੰਟ ਵਿੱਚ ਤੈਅ ਕੀਤੇ ਖੇਤਰ ਦਾ ਖੇਤਰਫਲ। ਹੁਣ ਅਸੀਂ ਇਹਨੂੰ ਗੁਣਾ ਕਰ ਲਾਂਗੇ। 7 ਦੂਣੀ 14। 7 ਦੂਣੀ 14 ਤੇ 15। 154 ਬਟਾ 3 ਸੈਂਟੀਮੀਟਰ ਸਕੁਅਰ। ਇਸ ਤਰੀਕੇ ਨਾਲ ਇਹ ਸਵਾਲ ਜਿਹੜਾ ਉਹ ਅਸੀਂ ਕਰਾਂਗੇ। ਅਗਲਾ ਸਵਾਲ ਸਾਡੇ ਕੋਲ 5 ਨੰਬਰ ਸਵਾਲ ਹੈ ਅਭਿਆਸ ਦਾ। ਅਰਧ ਵਿਆਸ 21 ਸੈਂਟੀਮੀਟਰ ਵਾਲੇ ਚੱਕਰ ਦਾ ਇੱਕ ਚਾਪ ਕੇਂਦਰ ਤੇ 60 ਦਰਜੇ ਦਾ ਕੋਣ ਬਣਾਉਂਦਾ ਹੈ। ਪਤਾ ਕਰੋ ਚਾਪ ਦੀ ਲੰਬਾਈ, ਚਾਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ, ਸੰਗਤ ਜੀਵਾ ਦੁਆਰਾ ਬਣਾਏ ਗਏ ਚੱਕਰ ਖੰਡ ਦਾ ਖੇਤਰਫਲ। ਹੁਣ ਇਸ ਸਵਾਲ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਚੱਕਰ ਬਣਾਉਂਦੇ ਹਾਂ। ਚੱਕਰ ਦੇ ਵਿੱਚ ਸਾਨੂੰ ਦਿੱਤਾ ਕੀ ਹੋਇਆ? ਇਸ ਤਰ੍ਹਾਂ ਅਸੀਂ ਚੱਕਰ ਬਣਾ ਲਿਆ। ਆਹ ਸਾਡੇ ਕੋਲ ਚੱਕਰ ਦਾ ਕੇਂਦਰ ਹੈ। ਚੱਕਰ ਦਾ ਅਰਧ ਵਿਆਸ ਸਾਨੂੰ ਦਿੱਤਾ ਹੋਇਆ। ਇਹ ਅਸੀਂ ਚੱਕਰ ਦਾ ਅਰਧ ਵਿਆਸ ਬਣਾ ਲਿਆ। ਅਰਧ ਵਿਆਸ ਸਾਡੇ ਕੋਲ ਹੈ 21 ਸੈਂਟੀਮੀਟਰ। 21 ਸੈਂਟੀਮੀਟਰ। ਹੁਣ ਇਹਦੇ ਵਿੱਚ ਅਸੀਂ ਜਿਹੜੀ ਇੱਕ ਚਾਪ ਆ, ਮੰਨ ਲਓ ਆ A ਬਿੰਦੂ ਆ, ਇੱਕ ਚਾਪ ਆ, ਮੰਨ ਲਓ AB ਚਾਪ ਆ। ਇਹ ਕੇਂਦਰ ਤੇ ਕੋਣ ਬਣਾਉਂਦੀ ਆ 60 ਦਰਜੇ ਦਾ। ਇਸ ਤਰ੍ਹਾਂ ਕੋਣ ਕਿੱਦਾਂ ਬਣੇਗਾ? ਜੇਕਰ ਕੇਂਦਰ ਤੇ ਕੋਣ ਕਿੱਦਾਂ ਬਣੇਗਾ? ਜੇਕਰ ਚਾਪ ਦੇ ਅੰਤ ਬਿੰਦੂਆਂ ਨੂੰ ਅਸੀਂ ਕੇਂਦਰ ਦੇ ਨਾਲ ਕੀ ਕਰ ਦਿਆਂਗੇ? ਮਿਲਾ ਦਿਆਂਗੇ। ਆਹ ਵਾਲਾ ਜਿਹੜਾ ਕੋਣ ਆ ਇਹ 60 ਦਰਜੇ ਦਾ ਬਣਦਾ। ਥੀਟਾ ਕਿੰਨੇ ਦਰਜੇ ਦਾ? ਸਾਡੇ ਕੋਲ 60 ਦਰਜੇ ਦਾ। ਹੁਣ ਪਤਾ ਅਸੀਂ ਕੀ ਕਰਨਾ? ਇਸ ਚਾਪ ਦੁਆਰਾ ਬਣਾਏ ਗਏ, ਇਸ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਚਾਪ ਦੀ ਲੰਬਾਈ ਪਤਾ ਕਰਨੀ ਹੈ। AB ਚਾਪ ਦੀ ਲੰਬਾਈ। ਫਿਰ ਇਸ ਚਾਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨਾ। ਉਸ ਤੋਂ ਬਾਅਦ ਅਸੀਂ ਕੀ ਪਤਾ ਕਰਨਾ ਵਾ? ਸੰਗਤ ਜੀਵਾ ਦੁਆਰਾ, ਜਦੋਂ ਇਹਨੂੰ ਮਿਲਾ ਦਿਆਂਗੇ AB ਨੂੰ ਤੇ ਜੀਵਾ ਬਣ ਜਾਏਗੀ, ਉਸ ਜੀਵਾ ਦੁਆਰਾ ਬਣਾਏ ਗਏ ਚੱਕਰ ਖੰਡ ਦਾ ਅਸੀਂ ਖੇਤਰਫਲ ਪਤਾ ਕਰਨਾ। ਸਭ ਤੋਂ ਪਹਿਲਾਂ ਅਸੀਂ ਦੋ ਆਨਸਰ ਜਿਹੜੇ ਆ ਉਹ ਲੈ ਕੇ ਆਵਾਂਗੇ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ? ਇਸ ਚਾਪ ਦੀ ਲੰਬਾਈ ਪਤਾ ਕਰਾਂਗੇ। ਹੁਣ ਸਾਨੂੰ ਦਿੱਤਾ ਕੀ ਹੋਇਆ? ਚੱਕਰ ਦਾ ਅਰਧ ਵਿਆਸ। ਚੱਕਰ ਦਾ ਅਰਧ ਵਿਆਸ R ਬਰਾਬਰ ਇਹ ਕਿੰਨਾ ਦਿੱਤਾ ਸਾਨੂੰ? 21 ਸੈਂਟੀਮੀਟਰ। ਹੁਣ 21 ਸੈਂਟੀਮੀਟਰ ਅਰਧ ਵਿਆਸ ਆ। ਕੇਂਦਰ ਤੇ ਬਣਿਆ ਕੋਣ, ਕੇਂਦਰ ਤੇ ਬਣੇ ਕੋਣ ਦਾ ਮਾਪ, ਬਣੇ ਕੋਣ ਦਾ ਮਾਪ ਥੀਟਾ ਬਰਾਬਰ ਕਿੰਨਾ ਵਾ? ਸਾਡੇ ਕੋਲ 60 ਦਰਜੇ।
ਹੁਣ ਸਭ ਤੋਂ ਪਹਿਲਾਂ ਅਸੀਂ ਚਾਪ ਦੀ ਲੰਬਾਈ ਪਤਾ ਕਰਨੀ ਹੈ। ਚਾਪ ਦੀ ਲੰਬਾਈ ਤੇ ਜੇਕਰ ਸਾਨੂੰ ਚਾਪ ਦੁਆਰਾ ਕੇਂਦਰ ਤੇ ਬਣਾਇਆ ਕੋਣ ਤੇ ਅਰਧ ਵਿਆਸ ਦਿੱਤਾ ਵਾ ਤੇ ਅਸੀਂ ਚਾਪ ਦੀ ਲੰਬਾਈ ਫਾਰਮੂਲਾ ਲਾ ਕੇ ਜਿਹੜੀ ਉਹ ਕੱਢ ਲਾਂਗੇ। ਚਾਪ ਦੀ ਲੰਬਾਈ ਬਰਾਬਰ ਥੀਟਾ ਬਟਾ 360 ਗੁਣਾ 2 ਪਾਈ ਆਰ। ਇਹ ਫਾਰਮੂਲਾ ਆਪਾਂ ਲੈਕਚਰ ਦੇ ਸ਼ੁਰੂ ਦੇ ਵਿੱਚ ਕੀਤਾ ਸੀਗਾ ਚਾਪ ਦੀ ਲੰਬਾਈ ਦਾ। ਹੁਣ ਅਸੀਂ ਇਹਦੇ 'ਚ ਮੁੱਲ ਭਰਾਂਗੇ 60 ਬਟਾ 360 ਗੁਣਾ 2 ਗੁਣਾ 22 ਬਟਾ 7 ਆਰ ਦਾ ਮੁੱਲ ਸਾਡੇ ਕੋਲ ਕਿੰਨਾ ਵਾ 21 ਆ। ਹੁਣ ਅਸੀਂ ਇਹਨੂੰ ਕੈਂਸਲ ਕਰਕੇ ਤੇ ਜਿਹੜਾ ਮੁੱਲ ਆ ਉਹ ਪਤਾ ਕਰ ਲਾਂਗੇ। 0 ਨਾਲ 0 ਕੈਂਸਲ ਹੋ ਗਈ 6 ਛਿਕਮ 36 7 ਨੂੰ 3 ਤੇ 7 ਤੀਆ 21 3 ਦੂਣੀ 6 2 ਨਾਲ 2 ਕੀ ਹੋ ਗਿਆ ਸਾਡੇ ਕੋਲ ਕੈਂਸਲ ਹੋ ਗਿਆ ਤੇ ਸਾਡੇ ਕੋਲ ਕਿੰਨਾ ਜਵਾਬ ਆ ਗਿਆ 22 ਸੈਂਟੀਮੀਟਰ। ਇਹਦਾ ਮਤਲਬ ਇਸ ਚਾਪ ਦੀ ਜਿਹੜੀ ਲੰਬਾਈ ਆ ਜਿਹੜੀ ਚਾਪ ਆ ਇਹਦੀ ਲੰਬਾਈ ਸਾਡੇ ਕੋਲ ਆ ਗਈ ਹੈ 22 ਸੈਂਟੀਮੀਟਰ। ਹੁਣ ਅਸੀਂ ਅਗਲਾ ਕੀ ਕੱਢਣਾ ਇਸ ਅਰਧ ਵਿਆਸੀ ਖੰਡ ਦਾ ਖੇਤਰਫਲ ਚਾਪ ਦੁਆਰਾ ਬਣਾਏ ਅਰਧ ਵਿਆਸੀ ਖੰਡ ਕਿਹੜਾ ਵਾ AOB ਦਾ ਖੇਤਰਫਲ। ਹੁਣ ਇਹਦੇ ਵਿੱਚ ਸਾਡੇ ਕੋਲ ਸਾਨੂੰ ਪਤਾ ਵਾ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨ ਦਾ ਕੀ ਸੂਤਰ ਆ ਥੀਟਾ ਬਟਾ 360 ਗੁਣਾ ਪਾਈ ਆਰ ਸਕੇਅਰ। ਥੀਟਾ ਦਾ ਮੁੱਲ ਉਹੀ ਆ ਸਾਡੇ ਕੋਲ। ਹੁਣ ਸਾਡੇ ਕੋਲ ਅੱਗੇ ਅਸੀਂ ਚਾਪ ਦੀ ਲੰਬਾਈ ਪਤਾ ਕੀਤੀ, ਹੁਣ ਇਸ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨਾ। ਇਹ ਕੀ ਆ ਸਾਡੇ ਕੋਲ 60 ਬਟਾ 360 ਪਾਈ ਦਾ ਮੁੱਲ ਸਾਡੇ ਕੋਲ 22 ਬਟਾ 7 ਆਰ ਸਕੇਅਰ। ਇਹਦਾ ਮਤਲਬ 21 ਗੁਣਾ 21 ਅਸੀਂ 2 ਵਾਰੀ ਇਹਨੂੰ ਗੁਣਾ ਪਾ ਕੇ ਲਿਖ ਦਿਆਂਗੇ। ਹੁਣ ਅਸੀਂ ਇਹਨੂੰ ਹੱਲ ਕਰੀਏ 0 ਨਾਲ 0 ਕੈਂਸਲ ਹੋ ਗਈ 6 ਛਿਕਮ 36 7 ਤੀਆ 21 ਇਹ 3 ਤੇ ਹੁਣ ਕੱਟ ਲਾਂਗੇ 3 ਦੂਣੀ 6 2 ਨਾਲ ਕੀ ਆ ਗਿਆ ਸਾਡੇ ਕੋਲ 11। ਹੁਣ ਸਾਡੇ ਕੋਲ ਬਾਕੀ ਕੀ ਬਚ ਗਿਆ 11 ਗੁਣਾ 21। ਹੁਣ 11 ਨੂੰ ਜਦੋਂ 21 ਨਾਲ ਅਸੀਂ ਗੁਣਾ ਕੀਤੀ ਤੇ ਇਹ ਸਾਡੇ ਕੋਲ 231 ਸੈਂਟੀਮੀਟਰ ਸਕੁਅਰ ਇਹ ਸਾਡੇ ਕੋਲ ਚਾਪ ਦੁਆਰਾ ਬਣਾਏ ਗਏ ਅਰਧ ਵਿਆਸੀ ਖੰਡ ਦਾ ਖੇਤਰਫਲ ਆ ਗਿਆ। ਹੁਣ ਅਗਲਾ ਸਾਡੇ ਕੋਲ ਆ ਜਾਂਦਾ ਅਸੀਂ ਕੱਢਣਾ ਵਾ ਸੰਗਤ ਜੀਵਾ ਦੁਆਰਾ ਬਣਾਏ ਗਏ ਚੱਕਰ ਖੰਡ ਦਾ ਖੇਤਰਫਲ। ਸੰਗਤ ਜੀਵਾ ਜਿਹੜੀ ਇਸ ਚਾਪ ਦੇ ਅੰਤ ਬਿੰਦੂਆਂ ਨੂੰ ਮਿਲਾ ਕੇ ਜਿਹੜੀ ਜੀਵਾ ਬਣਦੀ ਆ ਉਸ ਦੁਆਰਾ ਬਣਾਏ ਗਏ ਚੱਕਰ ਖੰਡ ਦਾ ਖੇਤਰਫਲ ਅਸੀਂ ਪਤਾ ਕਰਨਾ। ਹੁਣ ਕਿਹੜਾ ਚੱਕਰ ਖੰਡ ਆ ਆਹ ਵਾਲਾ, ਇਹਦਾ ਅਸੀਂ ਖੇਤਰਫਲ ਪਤਾ ਕਰਨਾ। ਹੁਣ ਦੇਖੀਏ ਇਹਦਾ ਖੇਤਰਫਲ ਕਿੱਦਾਂ ਆਏਗਾ। ਹੁਣ ਤੱਕ ਅਸੀਂ ਕੀ ਕਰ ਚੁੱਕੇ ਹਾਂ, ਹੁਣ ਤੱਕ ਅਸੀਂ ਇਸ ਅਰਧ ਵਿਆਸੀ ਖੰਡ ਦਾ ਖੇਤਰਫਲ ਕੱਢ ਚੁੱਕੇ ਸਾਰੇ ਦਾ, ਵਿੱਚ ਹੀ ਸਾਡੇ ਕੋਲ ਆ ਚੱਕਰ ਖੰਡ ਆਇਆ। ਜੇਕਰ ਇਸ ਸਾਰੇ ਵਿੱਚੋਂ ਅਸੀਂ ਇਸ ਤ੍ਰੈਭੁਜ ਦਾ ਖੇਤਰਫਲ ਮਾਈਨਸ ਕਰ ਦਈਏ, ਆ ਜਿਹੜਾ ਸਾਡੇ ਕੋਲ ਆਇਆ 231 ਸੈਂਟੀਮੀਟਰ ਸਕੁਅਰ, ਇਹ ਸਾਰੇ ਅਰਧ ਵਿਆਸੀ ਖੰਡ ਦਾ ਖੇਤਰਫਲ ਆਇਆ। ਜੇ ਇਹਦੇ ਵਿੱਚੋਂ ਅਸੀਂ ਇਸ ਤ੍ਰੈਭੁਜ ਦਾ ਖੇਤਰਫਲ ਮਾਈਨਸ ਕਰ ਦਈਏ ਤੇ ਸਾਡੇ ਕੋਲ ਇਸ ਚੱਕਰ ਖੰਡ ਦਾ ਖੇਤਰਫਲ ਆ ਜਾਏਗਾ। ਇਹਦਾ ਮਤਲਬ ਸਭ ਤੋਂ ਪਹਿਲਾਂ ਅਸੀਂ ਇਸ ਤ੍ਰੈਭੁਜ ਦਾ ਖੇਤਰਫਲ ਪਤਾ ਕਰਨਾ। ਹੁਣ ਇਸ ਤ੍ਰੈਭੁਜ ਦਾ ਖੇਤਰਫਲ ਅਸੀਂ ਕਿਹੜਾ ਫਾਰਮੂਲਾ ਲਾ ਕੇ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵੀ ਕੀ ਇਹ ਕਿਤੇ ਸਮਭੁਜੀ ਤ੍ਰੈਭੁਜ ਤਾਂ ਨਹੀਂ ਬਣਦੀ। ਜੇ ਸਮਭੁਜੀ ਤ੍ਰੈਭੁਜ ਬਣਦੀ ਆ ਤਾਂ ਫਿਰ ਸਾਨੂੰ ਇਸ ਦਾ ਖੇਤਰਫਲ ਕੱਢਣਾ ਜਿਹੜਾ ਉਹ ਆਸਾਨ ਹੋ ਜਾਏਗਾ। ਹੁਣ ਕਿਉਂਕਿ ਆਹ ਵਾਲੀ ਭੁਜਾ OA 21 ਸੈਂਟੀਮੀਟਰ ਆ, OB ਵੀ ਕਿੰਨੀ ਆ 21 ਸੈਂਟੀਮੀਟਰ, ਕਿਉਂਕਿ ਇੱਕੋ ਚੱਕਰ ਦੇ ਕੀ ਆ ਅਰਧ ਵਿਆਸ ਆ। ਹੁਣ ਇਹਦੇ ਵਿੱਚ ਅਸੀਂ ਪਹਿਲਾਂ ਸਿੱਧ ਕਰਾਂਗੇ ਵੀ ਇਹ ਜਿਹੜੀ ਤ੍ਰੈਭੁਜ ਆ ਇਹ ਸਮਭੁਜੀ ਤ੍ਰੈਭੁਜ ਆ। ਹੁਣ ਤ੍ਰੈਭੁਜ AOB ਵਿੱਚ ਹੁਣ ਇਸ ਤ੍ਰੈਭੁਜ ਵਿੱਚ ਕੀ ਦਿੱਤਾ ਹੋਇਆ ਸਾਨੂੰ, ਇਸ ਤ੍ਰੈਭੁਜ ਵਿੱਚ ਦਿੱਤਾ ਹੋਇਆ ਸਾਨੂੰ OA ਬਰਾਬਰ OB। ਇਹ ਕਿਉਂ ਬਰਾਬਰ ਹੈ, ਇੱਕੋ ਚੱਕਰ ਦੇ ਅਰਧ ਵਿਆਸ ਇੱਕੋ ਚੱਕਰ ਦੇ ਅਰਧ ਵਿਆਸ ਹੈ। ਜੇਕਰ ਕਿਸੇ ਤ੍ਰੈਭੁਜ ਦੀਆਂ ਦੋ ਭੁਜਾਵਾਂ ਬਰਾਬਰ ਹੋ ਜਾਣ ਤਾਂ ਉਹਨਾਂ ਦੇ ਜਿਹੜੇ ਸਨਮੁਖ ਕੋਣ ਆ ਉਹ ਵੀ ਆਪਸ ਵਿੱਚ ਕੀ ਹੁੰਦੇ ਨੇ, ਬਰਾਬਰ ਹੁੰਦੇ ਨੇ। ਆ ਜਿਹੜਾ ਆਹ ਕੋਣ ਆ ਇਹਨੂੰ ਮੈਂ 1 ਨੰਬਰ ਪਾ ਲੈਣਾ, ਇਸ ਕੋਣ ਨੂੰ ਮੈਂ ਪਾ ਲਿਆ 2 ਨੰਬਰ। ਇਸ ਲਈ ਕੋਣ 1 ਬਰਾਬਰ ਕੋਣ
2। ਹੁਣ ਅਸੀਂ ट्रैपोज ਦੇ ਜਿਹੜੇ ਆਹ ਕੋਣ 60 ਦਰਜੇ ਆ, ਕਿਉਂਕਿ ਆ ਦੋਨੇ ਕੋਣ ਬਰਾਬਰ ਆ, ਅਸੀਂ ਦੇਖਣਾ ਕਿੰਨੇ ਕਿੰਨੇ ਦਰਜੇ ਦਾ। ਜੇਕਰ ਇਹ ਦੋਨੇ 60 ਦਰਜੇ ਦੇ ਹੋ ਗਏ ਤਾਂ ਇਹ ਇੱਕ ਸਮਭੁਜੀ ਟ੍ਰੈਪੋਜ ਹੋ ਜਾਏਗੀ, ਕਿਉਂਕਿ ਇਹਦੇ ਸਾਰੇ ਕੋਣ ਆਪਸ ਵਿੱਚ ਕੀ ਹੋ ਜਾਣੇ ਆ, ਬਰਾਬਰ। ਹੁਣ ਸਾਨੂੰ ਪਤਾ ਵਾ ਕਿਉਂਕਿ ਕੋਣ 1 ਪਲੱਸ ਕੋਣ 2 ਪਲੱਸ ਕੋਣ AOB ਕਿਸੇ ਟ੍ਰੈਪੋਜ ਦੇ 3 ਕੋਣ, ਇਹਨਾਂ ਤਿੰਨਾਂ ਦਾ ਜੋੜ ਕਿੰਨਾ ਹੁੰਦਾ, ਬਰਾਬਰ 180 ਦਰਜੇ। ਹੁਣ ਸਾਨੂੰ ਕੋਣ 1 ਤੇ 2 ਆਪਸ 'ਚ ਬਰਾਬਰ ਨੇ, ਇਸ ਕਰਕੇ ਅਸੀਂ 2 ਦੀ ਥਾਂ ਤੇ ਵੀ ਕੋਣ 1 ਹੀ ਲਿਖ ਲੈਣਾ। ਕੋਣ 1 ਪਲੱਸ ਕੋਣ 1 ਪਲੱਸ AOB ਦਾ ਮੁੱਲ ਕਿੰਨਾ ਸਾਨੂੰ ਦਿੱਤਾ, 60 ਦਰਜੇ। ਇਹਦਾ ਮੁੱਲ 60 ਦਰਜੇ ਆ, ਬਰਾਬਰ 180 ਦਰਜੇ। ਹੁਣ ਇਹਦੇ ਵਿੱਚ ਅਸੀਂ ਕੋਣ 1 ਤੇ ਕੋਣ 1 ਕੀ ਹੋ ਗਿਆ, ਦੁੱਗਣਾ ਕੋਣ 1, 2 ਕੋਣ 1 ਬਰਾਬਰ 180 ਮਾਈਨਸ 60। ਇਹ ਸਾਡੇ ਕੋਲ ਕੀ ਆ ਜਾਏਗਾ, ਕੋਣ 1 2 ਕੋਣ 1 ਬਰਾਬਰ 180 ਚੋਂ 60 ਮਾਈਨਸ ਕੀਤੇ 120 ਦਰਜੇ। ਇੱਥੋਂ ਕੋਣ 1 ਬਰਾਬਰ ਕਿੰਨਾ ਆ ਗਿਆ, 120 ਬਟਾ 2, 2 ਨਾਲ ਜਦੋਂ ਅਸੀਂ ਇਹਨੂੰ ਵੰਡਿਆ ਤੇ ਕੋਣ 1 ਬਰਾਬਰ ਕਿੰਨਾ ਆ ਗਿਆ, 60 ਦਰਜੇ। ਇਸ ਲਈ ਕੋਣ 2 ਵੀ ਕਿੰਨਾ ਆ ਗਿਆ, 60 ਦਰਜੇ। ਕਿਉਂ 2 ਕੋਣ ਆ, ਕਿਉਂਕਿ ਕੋਣ 1 ਬਰਾਬਰ ਹੈ ਕੋਣ 2। ਇਹ ਆਪਾਂ ਹੁਣੇ ਸਿੱਧ ਕੀਤਾ। ਇਸ ਲਈ ਟ੍ਰੈਪੋਜ AOB ਇੱਕ ਕਿਹੜੀ ਟ੍ਰੈਪੋਜ ਹੈ, ਸਮਭੁਜੀ ਟ੍ਰੈਪੋਜ ਹੈ। ਇੱਕ ਸਮਭੁਜੀ ਟ੍ਰੈਪੋਜ ਆ। ਜੇਕਰ ਸਮਭੁਜੀ ਟ੍ਰੈਪੋਜ ਆ ਤੇ ਹੁਣ ਸਾਨੂੰ ਇਹਦਾ ਖੇਤਰਫਲ ਕੱਢਣ ਦਾ ਫਾਰਮੂਲਾ ਪਤਾ ਵਾ, ਵਰਗਮੂਲ 3/4 A²। ਹੁਣ ਅਸੀਂ ਇੱਥੇ ਲਿਖਾਂਗੇ, ਅਗਲਾ ਅਸੀਂ ਕੱਢਣਾ ਚੱਕਰ ਖੰਡ ਦਾ ਖੇਤਰਫਲ। ਚੱਕਰ ਖੰਡ ਦਾ, ਆਹ ਵਾਲਾ ਜਿਹੜਾ ਚੱਕਰ ਖੰਡ ਆ ਦਾ ਖੇਤਰਫਲ ਬਰਾਬਰ ਅਰਧਵਿਆਸੀ ਖੰਡ AOB ਦਾ ਖੇਤਰਫਲ। ਇਹਦੇ ਵਿੱਚੋਂ ਅਸੀਂ ਕੀ ਕਰ ਦੇਣਾ, ਮਾਈਨਸ ਟ੍ਰੈਪੋਜ AOB ਦਾ ਖੇਤਰਫਲ। ਇਹ ਅਸੀਂ ਮਾਈਨਸ ਕਰਾਂਗੇ। ਹੁਣ ਸਾਨੂੰ ਪਤਾ ਵਾ ਅਰਧਵਿਆਸੀ ਖੰਡ ਦਾ ਖੇਤਰਫਲ ਅਸੀਂ ਕੱਢਿਆ, ਕਿੰਨਾ ਕੱਢਿਆ, 231। ਇਹ ਚੋਂ ਮਾਈਨਸ ਕਰਨਾ ਟ੍ਰੈਪੋਜ AOB ਦਾ ਖੇਤਰਫਲ, ਉਹ ਕੀ ਹੋਏਗਾ, ਵਰਗਮੂਲ 3/4 A²। A ਕੀ ਲਈ ਅਸੀਂ, ਇਸ ਟ੍ਰੈਪੋਜ ਦੀ ਭੁਜਾ, ਜਾਂ ਅਸੀਂ ਇੱਥੇ ਭੁਜਾ ਦਾ ਸਕੇਅਰ ਵੀ ਲਿਖ ਸਕਦੇ ਹਾਂ। ਕੀ ਲਿਖ ਸਕਦੇ ਹਾਂ, ਭੁਜਾ ਦਾ ਸਕੇਅਰ। ਹੁਣ ਇੱਥੇ ਸਾਡੇ ਕੋਲ ਆ ਜਾਏਗਾ 231 ਮਾਈਨਸ ਵਰਗਮੂਲ 3/4 ਭੁਜਾ ਦਾ ਸਕੇਅਰ ਭਾਵ 21 ਗੁਣਾ 21। ਇੱਥੋਂ ਸਾਡੇ ਕੋਲ ਆ ਜਾਏਗਾ 231 ਮਾਈਨਸ ਵਰਗਮੂਲ 3/4 ਗੁਣਾ 441। 21 21 441। ਇਹਨੂੰ ਅਸੀਂ ਲਿਖ ਲਾਂਗੇ 231 ਮਾਈਨਸ 441 ਵਰਗਮੂਲ 3/4 ਇੰਨੇ ਸੈਂਟੀਮੀਟਰ ਸਕੁਅਰ। ਇਹ ਸਾਡੇ ਕੋਲ ਇਸ ਚੱਕਰੀ ਖੰਡ ਦਾ ਖੇਤਰਫਲ ਆ ਜਾਏਗਾ। ਇਸ ਤਰੀਕੇ ਨਾਲ ਅਸੀਂ ਇਹ ਸਵਾਲ ਜਿਹੜਾ ਉਹ ਹੱਲ ਕਰਾਂਗੇ। ਇਹ ਸਨ 12.2 ਦੇ ਕੁਝ ਸਵਾਲ ਜਿਹੜੇ ਤੁਹਾਨੂੰ ਰਿਵਾਈਜ਼ ਕਰਵਾਏ ਗਏ ਹਨ। ਕੁਝ ਹੋਰ ਸਵਾਲ ਤੁਸੀਂ ਆਪਣੇ ਆਪ ਕਰਕੇ ਦੇਖ ਲੈਣੇ। ਥੈਂਕ ਯੂ ਜੀ।